ਚਲੋ ਵਿਚਾਰ ਕਰਦੇ ਹਾਂ ਸ਼ੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਉਚਾਰਨ ਹੀ ਗੁਰਬਾਣੀ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਢੰਗ ਤਰੀਕੇ ਦੇ ਨਾਲ ਸਹਾਈ ਹੁੰਦਾ ਹੈ। ਹੁਣ ਜਿਹੜੀਆਂ ਕੁਝ ਪ੍ਰਣਾਲੀਆਂ ਇਸ ਵੇਲੇ ਚੱਲ ਰਹੀਆਂ ਹਨ, ਉਹਨਾਂ ਪ੍ਰਣਾਲੀਆਂ ਦਾ ਜ਼ਿਕਰ ਅਸੀਂ ਕੀਤਾ ਹੈ ਕਿ ਇੱਕ ਤਾਂ ਹੈ ਇਨ ਬਿਨ ਪ੍ਰਣਾਲੀ, ਕਿ ਜਿਹੜੀ ਲਗਾ ਮਾਤਰ ਜਿੱਥੇ ਹੈ ਉਹ ਪਹਿਲਾ ਅੱਖਰ ਹੈ, ਵਿਚਕਾਰਲਾ ਅੱਖਰ ਹੈ, ਆਖਰੀ ਅੱਖਰ ਹੈ। ਮਾਤਰਾ ਭਾਵੇਂ ਜਿਹੜੀ ਲੱਗ ਹੈ ਉਹ ਔਂਕੜ ਹੈ ਜਾਂ ਸਿਹਾਰੀ ਹੈ ਜਾਂ ਪਿਆਰੀ ਹੈ, ਲਾਮ ਹੈ, ਦੁਲਾਮ ਹੈ, ਹੋੜ ਹੈ, ਜਿੱਥੇ ਜਿਵੇਂ ਹੈ ਉਵੇਂ ਉਚਾਰ ਦਿੱਤਾ ਜਾਏ। ਤਾਂ ਇਹ ਇੱਕ ਬੜਾ ਸਰਲ ਤਰੀਕਾ ਹੈ, ਔਰ ਪਰ ਇਸ ਦੀਆਂ ਕਠਿਨਾਈਆਂ ਤੇ ਉਲਝਣਾਂ ਨੇ। ਜਿਸ ਤਰ੍ਹਾਂ ਸਤਨਾਮੂ ਜਾਂ ਸਤੀ ਨਾਮ, ਤਾਂ ਇਹ ਸਾਰਾ ਕੁਝ ਨਾਨਕੂ, ਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਦਰਪੇਸ਼ ਨੇ, ਇਹ ਚੁਣੌਤੀਆਂ ਨੇ ਇਸ ਪ੍ਰਣਾਲੀ ਨੂੰ ਇਨ ਬਿਨ ਲਾਗੂ ਕਰਨ ਵਿੱਚ। ਇਹ ਇਨ ਬਿਨ ਪ੍ਰਣਾਲੀ ਨੂੰ ਇਨ ਬਿਨ ਲਾਗੂ ਕਰਨ 'ਚ ਚੁਣੌਤੀ ਹੈ। ਸੋ ਇਹ ਪ੍ਰਣਾਲੀ ਸਾਡੇ ਕੋਲ ਹੱਲ ਨਹੀਂ ਹੈ। ਦੂਸਰੀ ਪ੍ਰਣਾਲੀ ਅਸੀਂ ਵਿਚਾਰੀ ਸੀ ਕਿ ਜਿਹੜੀ ਵਿਆਕਰਣਕ ਲਗਾ ਨੇ ਤੇ ਉਚਾਰਣਕ ਲਗਾ ਨੇ, ਤੇ ਉਹਦੇ ਵਿੱਚ ਜਿਹੜੀ ਸਾਰੀਆਂ ਔਂਕੜਾਂ ਨੇ, ਖਾਸ ਕਰਕੇ ਵਿਅੰਜਨ ਨੂੰ, ਉਹਨਾਂ ਦਾ ਉਚਾਰਨ ਦੀ ਮਨਾਹੀ ਹੈ। ਤੇ ਹਾਹੇ ਦੀ ਸਿਹਾਰੀ ਦਾ ਉਹਦੇ 'ਚ ਵੱਖਰਾ ਢੰਗ ਹੈ। ਤਾਂ ਇਹ ਆਪਣੇ ਆਪ 'ਚ ਹੋਰ ਇਹ ਮੰਥਨ, ਇਹ ਪ੍ਰਣਾਲੀ ਮੰਗਦੀ ਹੈ। ਤੀਸਰੀ ਪ੍ਰਣਾਲੀ ਸਾਡੇ ਪਾਸ ਜੋ ਚੱਲ ਰਹੀ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਪੰਜਾਬੀ ਵਿੱਚ ਅਸੀਂ ਉੱਤਮ ਪੁਰਖ ਜਾਂ ਪਹਿਲੀ ਪਰਖ ਨੂੰ ਬਿੰਦੀ ਲਾਉਂਦੇ ਹਾਂ ਜਾਂ ਬਹੁਵਚਨ ਨੂੰ ਬਿੰਦੀ ਲਾਉਂਦੇ ਹਾਂ, ਤਾਂ ਪੰਜਾਬੀ ਭਾਸ਼ਾ ਦੇ ਪ੍ਰਭਾਵ ਹੇਠ ਜਿਹੜੀਆਂ ਬਿੰਦੀਆਂ ਲਾਈਆਂ ਜਾਂਦੀਆਂ, ਤਾਂ ਇਹ ਇੱਕ ਤੀਸਰੀ ਪ੍ਰਣਾਲੀ ਹੈ। ਚੌਥੀ ਪ੍ਰਣਾਲੀ ਇਹ ਹੈ ਕਿ ਜਿਹੜੀ ਫਾਰਸੀ ਭਾਸ਼ਾ ਦੇ ਪ੍ਰਭਾਵ ਹੇਠ ਸੱਸੇ ਦੇ ਕੁਝ ਸ਼ਬਦਾਂ ਨੂੰ, ਅੱਖਰਾਂ ਨੂੰ ਸ਼ਸ਼ਾ ਕਹਿ ਕੇ ਜਦੋਂ ਇਹ ਕੀਤਾ ਜਾਂਦਾ ਤੇ ਇਹ ਇੱਕ ਹੋਰ ਪ੍ਰਣਾਲੀ ਹੈ। ਤਾਂ ਇਹ ਸਾਰੀਆਂ ਪ੍ਰਣਾਲੀਆਂ ਜਿਹੜੀਆਂ ਨੇ ਉਹ ਜਿਹੜੀ ਮੁੱਖ ਲੋੜ ਹੈ ਗੁਰਬਾਣੀ ਦੇ ਉਚਾਰਨ ਦੀ, ਕਿ ਜੇ ਕੋਈ ਗੁਰਦੁਆਰਾ ਸਾਹਿਬ 'ਚ ਸੰਗਤ ਵਿੱਚ ਬੈਠਾ ਜੀਵ ਜਿਸ ਨੂੰ ਵਿਆਕਰਨ ਦੀ ਸੋਝੀ ਹੈ, ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਵਿਆਕਰਨ ਦੀ ਸੋਝੀ ਹੈ, ਭਾਵੇਂ ਅਸੀਂ ਜਾਣਦੇ ਹਾਂ ਕਿ ਵਿਆਕਰਨ ਦੀ ਸੋਝੀ ਘੱਟ ਹੈ, ਪਰ ਸਾਡੇ ਪਾਸ ਉਚਾਰਨ ਦਾ ਵਿਧਾਨ ਤੇ ਹੋਣਾ ਚਾਹੀਦਾ ਹੈ ਕਿ ਜਦੋਂ ਸੋਝੀ ਕਿਸੇ ਨੂੰ ਹੋਏ ਜਾਂ ਸੋਝੀ ਕਰਾ ਦਿੱਤੀ ਜਾਏ ਤਾਂ ਉਚਾਰਨ ਦੇ ਨਾਲ ਉਹ ਸਾਰਾ ਵਿਆਕਰਣਕ ਬੋਧ ਮਤਲਬ ਉਸਦੀ ਸੋਝੀ ਉਹ ਉਸ ਤੱਕ ਅਪੜੇ ਤੇ ਉਹ ਸਾਰੀ ਸਮਝ ਆਏ। ਤੋ ਉਚਾਰਨ ਜਿਹੜਾ ਹੈ ਗੁਰਬਾਣੀ ਦਾ ਉਹ ਸੰਪੂਰਨ ਹੋਣਾ ਚਾਹੀਦਾ ਹੈ, ਉਹ ਆਪਣੇ ਆਪ 'ਚ ਪਰਪੱਕ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਲਗਾ ਮਾਤਰਾਂ ਲੋੜੀਂਦੀਆਂ ਹਨ, ਹੁਣ ਇਨ ਬਿਨ ਤੋਂ ਥੋੜਾ ਜਿਹਾ ਇੱਥੇ ਆਈਏ ਕਿ ਜਿਹੜੀਆਂ ਲੋੜੀਂਦੀਆਂ ਹਨ, ਤੇ ਦੂਸਰੀ ਪ੍ਰਣਾਲੀ ਕਿ ਉਚਾਰਣਕ ਲਗਾ ਤੇ ਵਿਆਕਰਣਕ ਲਗਾ, ਉਹਨਾਂ ਦੀ ਜਿਹੜੀ ਹੱਦਬੰਦੀ ਹੈ ਉਹ ਸਿੱਧਾ ਹੀ ਜਦੋਂ ਕਾਟਾ ਮਾਰਿਆ ਨੇ ਕਿ ਔਂਕੜ ਕੋਈ ਵੀ ਨਹੀਂ ਉਚਾਰਨ ਕਰਨੀ, ਤੇ ਉਸ ਦੇ ਨਾਲ ਉਹਦੀਆਂ ਚੁਣੌਤੀਆਂ ਨੇ ਕਿ ਵਿਆਕਰਣਕ ਕਈ ਗੱਲਾਂ ਨਹੀਂ ਸਮਝ ਆਉਂਦੀਆਂ। ਤਾਂ ਇਸ ਕਰਕੇ ਅਸੀਂ ਗੁਰਬਾਣੀ ਵਿਆਕਰਣ ਆਧਾਰਿਤ ਗੁਰਬਾਣੀ ਉਚਾਰਨ ਪ੍ਰਣਾਲੀ, ਗੁਰਬਾਣੀ ਵਿਆਕਰਣ ਹੀ ਸਾਨੂੰ ਗੁਰਬਾਣੀ ਦੀ ਸਾਰੀ ਸੋਝੀ ਦਿੰਦੀ ਹੈ, ਔਰ ਗੁਰਬਾਣੀ ਵਿਆਕਰਣ ਦੀ ਉਂਗਲ ਫੜ ਕੇ ਹੀ ਅਸੀਂ ਗੁਰਬਾਣੀ ਦਾ ਉਚਾਰਨ ਤੱਕ ਲੈ ਕੇ ਜਾਈਏ, ਬਿਨਾਂ ਕੋਈ ਸਿੱਧੀ ਲੀਕ ਮਾਰਿਆ ਵੀ ਸਿਹਾਰੀਆਂ ਸਾਰੀਆਂ ਬੋਲਣੀਆਂ ਜਾਂ ਔਂਕੜ ਸਾਰੇ ਬੋਲਣੇ ਜਾਂ ਨਹੀਂ ਬੋਲਣੇ। ਤਾਂ ਸਾਨੂੰ ਦੇਖਣ ਦੀ ਲੋੜ ਹੈ ਕਿ ਪਹਿਲੇ ਅੱਖਰ, ਵਿਚਕਾਰਲੇ ਅੱਖਰ, ਆਖਰੀ ਅੱਖਰ, ਕਿਰਿਆ, ਪੜਨਾਮ, ਵਿਸ਼ੇਸ਼ਣ, ਸੰਬੰਧਕ, ਤੇ ਇਹ ਅਕਾਰਾਂਤਕ ਸ਼ਬਦ, ਇਕਾਰਾਂਤਕ ਸ਼ਬਦ। ਅਕਾਰਾਂਤਕ ਸ਼ਬਦ ਹੁੰਦਾ ਜਿਹਦਾ ਮੁਕਤੇ ਨਾਲ ਖਤਮ ਹੋਏ। ਮੁਕਤਾ ਹੁੰਦਾ ਜਿਹੜਾ ਕਿ ਜਿਸ ਅੱਖਰ ਨੂੰ ਕੋਈ ਵੀ ਲਗਾ ਮਾਤਰਾ ਨਾਲ ਲੱਗੀ ਹੋਣ, ਉਹ ਮੁਕਤਾ ਹੋ ਗਿਆ। ਜਿਹੜਾ ਸ਼ਬਦ ਮੁਕਤੇ ਦੇ ਨਾਲ ਖਤਮ ਹੁੰਦਾ ਉਹਨੂੰ ਬੋਲਦੇ ਅਕਾਰਾਂਤਕ, ਆ ਤੇ ਖਤਮ ਹੋ ਗਿਆ, ਬਿਲਕੁਲ ਮੁਕਤਾ ਹੈ।
ਤੇ ਜਦੋਂ ਉਹ ਆਖਰੀ ਅੱਖਰ ਨੂੰ ਔਂਕੜ ਦੀ ਮਾਤਰਾ ਲੱਗੀ ਹੋਵੇ ਤੇ ਉਕਾਰਾਂਤਕ ਹੋ ਗਿਆ, ਤੇ ਆਖਰੀ ਅੱਖਰ ਨੂੰ ਜੇ ਸਿਹਾਰੀ ਲੱਗੀ ਹੋਵੇ ਤੇ ਇਕਾਰਾਂਤਕ ਹੋ ਗਿਆ। ਤੇ ਆਮ ਤੌਰ ਤੇ ਕਿਤਾਬਾਂ ਵਿੱਚ ਇਹ 2-3 ਸ਼ਬਦ ਹੁੰਦੇ ਨੇ। ਇੱਕ ਹਾਹੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ, तो इस करके ये थोड़ा जिहा विचार है कि संगत विच रखण लई। इसे तरह ही हकारांतक जिहड़ा हाहे दे नाल समाप्त हो रहा शब्द, हाहे नूं जदों सिहारी लगदी है वो इकारांतक नहीं, वो हिकारांतक। जदों औंकड़ हाहे नूं लगा होए ते हुकारांतक, क्योंकि हाहे दा बहुत भारी महत्व है। ਅਸੀਂ इस विचार से देखांगे जदों ਅਸੀਂ गुरबाणी ਦਾ उच्चारण गुरबाणी के व्याकरण अनुसारी करते हैं। गुरबाणी व्याकरण अनुसारी या गुरबाणी व्याकरण आधारित गुरबाणी उच्चारण, ये प्रणाली वो प्रणाली होएगी जिहदे विच जिसदे उच्चारण दे राही सरवण करन वाले नूं केवल सरवण करन दे नाल व्याकरण सारे दा समुच्चा बोध हो जावे। तो ये है गुरबाणी व्याकरण आधारित गुरबाणी उच्चारण प्रणाली। ਇਹਦੇ ਨਾਲ ਸਾਰੀਆਂ ਧੁਨੀਆਂ ਜਿਹੜੀਆਂ ਕਿ ਗੁਰਮੁਖੀ ਲਿਪੀ ਦੀਆਂ ਧੁਨੀਆਂ ਨੇ, ਉਹਨਾਂ ਦਾ ਉਹ ਸਰਵਣ ਕਰਨ ਵਾਲੇ ਤੱਕ ਪਹੁੰਚਣ। ਲੋੜੀਂਦੀਆਂ ਲਗਾਂ ਜਿਸ ਦੇ ਨਾਲ ਉਸਨੇ ਕਿਰਿਆਵਾਚਕ ਸ਼ਬਦ ਤੇ ਗੈਰ ਕਿਰਿਆਵਾਚਕ ਸ਼ਬਦ, ਕਿਉਂਕਿ ਕਿਰਿਆ ਬਹੁਤ ਮਹੱਤਵਪੂਰਨ ਸ਼ਬਦ ਹੈ ਹਰ ਤੁਕ ਦਾ, ਇਹ ਸ਼ਬਦ ਕਿਰਿਆ ਹੈ, ਉਸ ਦਾ ਬੋਧ ਹੋ ਜਾਣਾ ਚਾਹੀਦਾ ਹੈ। तो ये शब्द और इकारांतक है, अकारांतक है, जां जिस तरह ਅਸੀਂ ਸਾਰੇ ਵਿਚਾਰੇ ਨੇ, ਇਹ ਉਹਨਾਂ ਦਾ ਕੇਵਲ ਸਰਵਣ ਕਰਨ ਦੇ ਨਾਲ ਵੀ ਇਹ ਵਾਲੀ ਮੁਕਤਾ ਵਾਲਾ ਸ਼ਬਦ ਹੈ, ਇਹ ਅਕਾਰਾਂਤਕ ਹੈ ਕਿ ਇਸ ਨੂੰ ਸਿਹਾਰੀ ਲੱਗੀ ਹੋਈ ਹੈ, ਇਕਾਰਾंतक है, या इसने हाहा भी है फिर सिहारी लगी हुई है, ये हिकारांतक है। तो इसका केवल सरवण करन दे नाल जिहड़ा अखां मूंद के संगत विच जिहड़े बैठे प्राणी ने उन्हां नूं गुरबाणी दा व्याख्या दे राही, गुरबाणी दे कीर्तन दे राही, गुरबाणी दे सहज पाठ राही, गुरबाणी दे अखंड पाठ राही हो रहे उच्चारण दे राही सारियां लगा मात्रा व्याकरण अनुसार उसनूं सरवण करके बोध हो जाए। क्योंकि जे कल युग में कीर्तन प्रधान है तो कीर्तन की प्रधानता के कारण कीर्तन का उच्चारण होना, शब्द नूं पढ़न का महात्म है तो शब्द का उच्चारण होना है, शब्द का पाठ होना है तो पाठ का उच्चारण होना है। तो केवल सरवण करन नाल ही सारे ही बोध होए, इसका प्रयोजन होना चाहिए है। इस प्रथाए एक भाई गुरदास जी का कवित जो है ਉਹਦੇ 'ਚ ਲਗ ਮਾਤਰ ਜਿਸਨੂੰ ਛਾਪੇ ਖਾਣੇ ਵਾਲਿਆਂ ਨੇ ਪਿਛਲੇ ਕੁਝ ਸਮੇਂ 'ਚ ਜਦੋਂ ਇਹ ਛਪਦਾ ਰਿਹਾ ਤੇ ਕੇਵਲ ਛਾਪੇ ਖਾਣੇ ਵਾਲਿਆਂ ਨੇ ਹੀ ਦੇਖਿਆ, ਉਹਦੀ ਪ੍ਰੂਫ ਰੀਡਿੰਗ ਆਪਣੇ ਪੱਧਰ ਤੇ ਕੀਤੀ ਤੇ ਕਈ ਲਗਾ ਮਾਤਰਾਂ ਦੀ ਸੋਝੀ ਨਾ ਹੋਣ ਕਰਕੇ ਉਹ ਲਗਾ ਮਾਤਰਾਂ ਉਹ ਸਾਂਭੀਆਂ ਗਈਆਂ ਕਿ ਨਹੀਂ ਸਾਂਭੀਆਂ ਗਈਆਂ। ਪਰ ਇਹ ਲਗਾ ਮਾਤਰਾਂ ਦਾ ਭਾਰੀ ਮਹਾਤਮ ਇਹ ਕਵਿਤ 264 ਜੋ ਭਾਈ ਗੁਰਦਾਸ ਜੀ ਨੇ दर्ज किया, ਉਹਦੇ ਵਿੱਚ एक कवित है कि जैसे लग मात्रहीन पढ़त और को और, जे लगा मात्रा तो बिना जे ਅਸੀਂ ਇਹਨੂੰ ਪੜ੍ਹਦੇ ਆ, ਇਹ ਪੜ੍ਹਦੇ ਹੋਰ ਆ ਤੇ ਹੋਰ ਦਾ ਬਾਬਾ ਹੋਰ ਮਤ ਹੋਰ ਪੜ੍ਹਦੇ ਹੋਰ ਆ ਤੇ ਹੋਰ ਦਾ ਹੋਰ ਹੋ ਰਿਹਾ। ਜਿਸ ਤਰ੍ਹਾਂ ਪਿਤਾ ਦਾ ਮਤਲਬ ਹੋਏ ਪਿਤਾ ਤੇ ਪੜ੍ਹਦੀ ਏ ਪੂਤ, ਜਾਂ ਹੋਏ ਪੂਤ ਤੇ ਪੜ੍ਹਦੀ ਏ ਪਿਤਾ, पिता पूत पूत पिता समसर जानी है, इन्ना भारी फर्क हो जाएगा। भाई गुरदास जी, भाई गुरदास दी वारां गुरबाणी की कुंजी ਉਹ ਸਾਨੂੰ ਕਵਿਤ 264 ਵਿੱਚ ਦੱਸ ਰਹੀ ਲਗਾ ਮਾਤਰਾ ਦੀ ਇੰਨੀ ਭਾਰੀ ਮਹੱਤਤਾ ਹੈ। ਪਰ ਹੁਣ ਇਸ ਤੋਂ ਉਪਰੰਤ ਦੇਖਣ ਗੱਲ ਇਹ ਹੈ ਕਿ ਲਗਾ ਮਾਤਰਾ ਦੀ ਮਹੱਤਤਾ ਹੈ, बिल्कुल महत्वपूर्ण है। लगा मात्रा की संभाल, लगा मात्रा की लेखनी, लगा मात्रा का उच्चारण ते लगा मात्रा नूं सरवण करके उसनूं समझना। तो ये जो ये वाला जो पक्ष है गुरबाणी का, ये इस कदर अणगोलिया होया है कि इस गल इस वेले जोड़ियां भी जिहड़ियां भी प्रणालियां चल रही ने, गुरबाणी का ये वाला जो ये लोड़ है, ये भारी चुनौती बन के साडे सामने है
कि बड़ियां शुद्ध गुरबाणी उच्चारण के नाम ते जो कुछ लिखिया बोलिया कहिया जा रहा है, जिसका प्रचार किया जा रहा है, वो गुरबाणी व्याकरण की गल करन वालियां वालों भी गुरबाणी व्याकरण के अनुकूल इसकी प्रौढ़ता, इसकी बात, इसकी वकालत, इसकी सोझी नहीं दी जा रही। उसके उल्ट कुछ होर किया जा रहा है। ये किथे किथे क्यों फकरेवा आया है, इसका मंथन करने की लोड़ है। जो कुछ भी किया जा रहा है उस पिछे उन्होंने जो इरादा, जो भावना है, वो बड़ी पवित्र है। वो अपने समझ अनुसार वो करना यही चाह रहे हैं हर कोई। इस पिछे कोई जथेबंधक धारनावां भी ने, ये कोई अपने अपने वखरे वखरे जड़े संस्थान ने, अड्डो अड्डी ये स्कूल ऑफ थॉट्स ये बन चुके ने, पर कर वो रहे ने गुरबाणी की सेवा की भावना नाल। पर यह हो रहा है कि पिता पूत पूत पिता समसर जानिए, एक जो भाई गुरदास जी ने आगाह किया सानू सारिਆਂ ਨੂੰ, ਅਸੀਂ कर हो रहे हैं, इसे करके पिता पूत और पूत पिता हो रहा है। गुरबाणी का व्याकरणक बोध गुरबाणी दी लगां विच छुपिया होया है। जिहड़ा एक धातु शब्द है, जिहड़ा मूल शब्द है, मौलिक शब्द है, ओरिजिनल रूट शब्द है, वो शब्द तो बाद जिहड़ियां लगां जिहड़ियां लगदियां ने, जिस दे नाल असी ਜਿਹੜੇ ਵੋਵਲਸ ਆਪਾਂ ਇੰਗਲਿਸ਼ 'ਚ ਕਹਿੰਦੇ ਆ, ਵੋਵਲਸ ਨੇ ਆ ਈ ਊ, ਇਸ ਦੇ ਨਾਲ ਸਿਹਾਰੀਆਂ ਨਾਲ ਈ ਹੋ ਜਾਂਦਾ ਹੈ, ਔਂਕੜ ਨਾਲ ਊ ਹੋ ਜਾਂਦਾ ਹੈ, ਉਹ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਇਹ ਸਾਨੂੰ ਜਿਹੜੇ ਇਹ ਲਗਾਂ ਦੇ ਨਾਲ ਇਹ ਸਾਨੂੰ ਇਹ ਆਵਾਜ਼ਾਂ ਜਿਹੜੀਆਂ ਧੁਨੀਆਂ ਬਣਦੀਆਂ ਨੇ, ਇਸ ਦਾ ਇਹਨਾਂ ਧੁਨੀਆਂ ਦਾ ਉਚਾਰਨ ਜਦੋਂ ਹੁੰਦਾ ਹੈ ਤੇ ਇਹ ਦੇਖਣ ਦੀ ਲੋੜ ਹੈ ਕਿ ਸਾਰਾ ਸਮੁੱਚਾ ਅਧਿਐਨ ਕਰਕੇ कि पहले अखरां दा, विचकारले अखरां दा, आखिरी अखरां दा, किरिया दा, नाम दा, पढ़नाम दा, विशेषण दा, किरिया विशेषण दा और संबंधक दा, और सारियां दा, और जेड़े गिणती दे सिहारियां किथे किथे गुरु साहब ने उचेच नाल लाइयां। जिवें असीं कहने सारे हर संबंधक दे पिछे सिहारी लगनी है, हर गिणती दे गिणतीवाचक पढ़नाम नूं सिहारी लगनी है। वो लाइया ने उचेच नाल, ते वो जे बोलियां ना गईयां ते बोलनियां भी उचेच नाल ने। जिहड़ी चीज़ नूं जिस तरह गुरु साहब ने उचेच नाल लगाया है, वो बोलण वास्ते लाया, ते भाई गुरदास जी ने ये लिख के तुहानूं दस्सिया है। ते इस करके इसदा बोध गुरबाणी व्याकरण अनुसार ये करना बड़ा अत लोड़ींदा है। इस दे नाल गुरबाणी दे अर्थ ते भारी प्रभाव पैंदा है, और गुरबाणी दे अर्थ सानू आप मुहारे सोझी आ जाती, समझ आ जाती है, जेड़े असी हुण ये नहीं पता लगता कि ये जाए है कि जाहे है, ये करे है कि करहे है, ये करावे है कि करावे है। तो ये वो सारा कुछ आप मुहारे जदों असी गुरबाणी व्याकरण आधारित सारी सोझी प्राप्त करके असी उच्चारण करते हैं, तो ये गलती हो ही नहीं सकती। ते जे असी नहीं करते तो गलती हो के ही रहेगी। तो इन्ना भारी यही पिता पूत पूत पिता वाली बात है। तो असी हर तुक विच सब तो अहम कोई जो शब्द है, शब्दां दे मेल दे नाल एक तुक बनती है, तुकां दे पदे बनते ने, पदे दे शब्द बनते हैं, पदियां दे छंत बनते हैं। पर ये जो एक तुक विच सब तो महत्वपूर्ण शब्द जे कोई है, वो है किरिया। इको किरिया दा शब्द सारी तुक दा काल, काल दा भाव है वर्तमान काल, भूतकाल, भविष्यत काल, प्रेजेंट टेंस, पास्ट टेंस, फ्यूचर टेंस, या पुरख, फर्स्ट पर्सन, सेकंड पर्सन, थर्ड पर्सन, उत्तम पुरख, मध्यम पुरख और अन पुरख, जिन्होंने कहने पहला पुरख, दूजा पुरख, तीजा पुरख। ते वचन एक वचन बहुवचन केवल किरिया दस दिंदी है। और इसे करके किरिया दियां भिन्न भिन्न उच्चारणक इस दियां लगां भिन्न भिन्न क्यों ने, किथे हाहे नाल ने, किथे ईड़ी नाल ने, किथे औंकड़ नाल ने। वो ऊड़े औंकड़ दे नाल जिहड़ी है उसका महत्व है, ईड़ी सिहारी नाल जिहड़ी किरिया है उसका महत्व है, हाहे सिहारी नाल किहड़ी है उसका महत्व है। उन्होंने असीं उच्चारण करना है ताकि संभाल सकीए कि इस तुक दा काल की है। इसका मैं जो व्याख्याकार ने व्याख्या करनी है, ये की कहना है कि
ਇਹ ਹੁਣ ਹੋ ਰਿਹਾ ਹੈ ਕਿ ਹੋ ਚੁੱਕਿਆ ਹੈ ਕਿ ਹੋਵੇਗਾ, ਕਿ ਮੈਂ ਕੀਤਾ, ਤੁਸੀਂ ਕੀਤਾ ਕਿ ਉਹਨਾਂ ਨੇ ਕੀਤਾ, ਇਹ ਇੱਕ ਬੰਦੇ ਨੇ ਕੀਤਾ ਕਿ ਦੋ ਬੰਦੇ ਨੇ ਕੀਤਾ। ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਵਿੱਚ ਹੈ, ਤੁਕ ਦੇ। ਉਹ ਤੁਕ ਦਾ ਸ਼ਬਦ ਹੈ ਤੁਕ ਦੀ ਕਿਰਿਆ। ਇੱਕ ਸਾਡੇ ਸਾਹਮਣੇ ਅਸੀਂ ਇੱਕ ਸ਼ਬਦ ਲੈਣੇ ਕਿਰਿਆ ਨੂੰ ਕਰ ਲੈਣੇ, ਜੇ ਕੰਮ ਕਰਨਾ ਕਰ, ਤਾਂ ਕਰ ਇੱਕ ਸ਼ਬਦ ਹੈ। ਇਹ ਸ਼ਬਦ ਜਦੋਂ ਇੱਕ ਵਚਨ ਉੱਤਮ ਪੁਰਖ ਹੋਏਗਾ, ਅਸੀਂ ਉੱਤਮ ਪੁਰਖ ਪਹਿਲਾ ਮਤਲਬ ਮੈਂ, ਜੇ ਮੈਂ ਕਹਾਂ ਕਿ ਮੈਂ ਕਰਾਂ, ਜੇ ਕਰੋ ਨੂੰ ਕਰ ਨੂੰ ਕਹੀਏ ਮੈਂ ਕਰਾਂ, ਤੇ ਮੈਂ ਕਰਾਂ ਦਾ ਗੁਰਬਾਣੀ ਵਿੱਚ ਕੀ ਸ਼ਬਦ ਹੈ? ਕਰੋ। ਕਰੋ ਊੜੇ ਨੂੰ ਔਂਕੜ, ਇਹ ਹੈ, ਇਸ ਦਾ ਭਾਵ ਹੈ ਮੈਂ ਕਰਾਂ ਸਮੇਤ ਬਿੰਦੀ। ਮੈਂ ਕਰਾਂ ਦਾ ਭਾਵ ਕਰੋ ਹੈ, ਕਰੋ। ਤੋ ਕਰੋ ਜਦੋਂ ਗੁਰਬਾਣੀ ਚ ਅਸੀਂ ਬੋਲਦੇ ਹਾਂ, ਉਸ ਦਾ ਭਾਵ ਤੂੰ ਕਰ ਨਹੀਂ, ਉਸ ਦਾ ਭਾਵ ਉਹ ਕਰਨਗੇ ਨਹੀਂ, ਉਸ ਦਾ ਭਾਵ ਹੈ ਮੈਂ ਕਰਾਂ। ਤੋ ਇਸ ਦਾ ਮਤਲਬ ਮੈਂ ਵੀ ਤੇ ਕਰਾਂ, ਤੇ ਰਾਰੇ ਦਾ ਕੰਨਾ ਤੇ ਕੰਨੇ ਦੇ ਉੱਪਰ ਲੱਗੀ ਬਿੰਦੀ, ਇਹ ਸਾਰਾ ਊੜੇ ਦੇ ਔਂਕੜ ਦੇ ਵਿੱਚ ਹੀ ਆ ਚੁੱਕਿਆ ਹੈ। ਇੱਥੋਂ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਭਾਈ ਜੇ ਉਹ ਲੋਕ ਜਿਨ੍ਹਾਂ ਦੀ ਵੀਡੀਓਜ਼ ਪਈਆਂ, ਜਿਨ੍ਹਾਂ ਦੀ ਕਿਤਾਬਾਂ ਲਿਖੀਆਂ, ਉਹ ਊੜੇ ਕਰੋ ਦੇ ਉੱਪਰ ਬਿੰਦੀ ਵੱਖਰੀ ਕਿਉਂ ਲਾ ਰਹੇ ਹੋ? ਕਰੋ ਕਿਉਂ ਕਹਿੰਦੇ ਹੋ? ਤਾਂ ਇਹ ਜਿਹੜੀ ਬਾਤ ਹੈ ਗੁਰਬਾਣੀ ਅਨੁਸਾਰ, ਇੱਕ ਤਾਂ ਅਸੀਂ ਗੁਰਬਾਣੀ ਵਿੱਚ ਆਪਣੇ ਵੱਲੋਂ ਕੋਈ ਚੀਜ਼ ਪਾ ਰਹੇ ਹਾਂ, ਇੱਕ ਗੁਰਬਾਣੀ ਵਿੱਚ ਇਸ ਗੱਲ ਦਾ ਪਹਿਲਾਂ ਹੀ ਵਖਰੇਵਾ ਕੀਤਾ ਹੋਇਆ ਹੈ ਕਿ ਮੈਂ ਕਰਾਂ ਦਾ ਮਤਲਬ ਹੈ ਕਰੋ। ਕੋਈ ਉਹਦੇ ਚ ਕੋਈ ਦੁਵੈਤ ਹੈ ਹੀ ਨਹੀਂ, ਕੋਈ ਕਿਸੇ ਤਰ੍ਹਾਂ ਦੀ ਦੁਬਦਾ ਹੀ ਨਹੀਂ ਹੈ। ਮੈਂ ਕਰਾਂ ਦਾ ਭਾਵ ਹੈ ਕਰੋ। ਅਸੀਂ ਅੱਗੋਂ ਦੇਖਾਂਗੇ। ਔਰ ਜਦੋਂ ਆਏ ਤੂੰ ਕਰ, ਤੂੰ ਕਰਹੇ, ਹਾਹੇ ਨੂੰ ਸਿਹਾਰੀ। ਹਾਹੇ ਨੂੰ ਸਿਹਾਰੀ ਤਿੰਨ ਤਰ੍ਹਾਂ ਨਾਲ ਆਉਂਦੀ ਹੈ, ਉੱਤਮ ਪੁਰਖ ਨਾਲ ਵੀ ਆਉਂਦੀ ਹੈ ਵੱਖਰੇ ਕੰਮ ਚ, ਮੱਧਮ ਪੁਰਖ ਨਾਲ ਵੀ ਆਉਂਦੀ ਹੈ ਤੇ ਅਨਪੁਰਖ ਨਾਲ ਵੀ ਆਉਂਦੀ ਹੈ। ਕੇਵਲ ਕਰਹੇ ਹਾਹੇ ਦੀ ਸਿਹਾਰੀ ਹੈ ਜਿਹੜੇ ਤਿੰਨਾਂ ਪੁਰਖਾਂ ਚ ਆਉਂਦੀ ਹੈ। ਅਸੀਂ ਦੇਖਣਾ ਹੀ ਹੁੰਦਾ ਕਿ ਇਸ ਵੇਲੇ ਕਿਹੜਾ ਪੁਰਖ ਹੈ, ਪਰ ਹਰ ਵਾਰੀ ਵਚਨ ਬਦਲ ਜਾਂਦਾ ਹੈ। ਜਦੋਂ ਤਾਂ ਹੈ ਉੱਤਮ ਪੁਰਖ ਮਤਲਬ ਮੈਂ ਦਾ ਜਦੋਂ ਕਰੋ ਦਾ ਕਰਹੇ ਬਣੇਗਾ ਤੇ ਉਹ ਬਣ ਜਾਏਗਾ ਅਸੀਂ ਕਰਹੇ। ਅਸੀਂ ਕਰੋ ਕਦੀ ਨਹੀਂ ਹੁੰਦਾ। ਤੋ ਕਰੋ ਨੂੰ ਬਿੰਦੀਆਂ ਬੁੰਦੀਆਂ ਕੋਈ ਲਾਣ ਦੀ ਲੋੜ ਨਹੀਂ ਹੈ। ਕਰੋ ਦਾ ਭਾਵ ਹੀ ਹੈ ਕਿ ਮੈਂ ਕਰਾਂ। ਜਦੋਂ ਉੱਤਮ ਪੁਰਖ ਵਾਸਤੇ ਕਰਹੇ ਆ ਗਿਆ ਤਾਂ ਉਸ ਦਾ ਮਤਲਬ ਹੈ ਅਸੀਂ ਕਰਹੇ। ਅਸੀਂ ਜਦੋਂ ਵੀ ਹੋਏਗਾ, ਜਦੋਂ ਤੁਕ ਦੀ ਭਾਵਨਾ ਅਸੀਂ ਵਾਲੀ ਹੈ, ਉਦੋਂ ਕਰਹੇ। ਮੱਧਮ ਪੁਰਖ ਜਦੋਂ ਹੋਏਗਾ ਤੂੰ ਜਾਂ ਤੁਸੀਂ ਸਾਰੇ ਜਾਂ ਤੂੰ, ਤਾਂ ਤੂੰ ਵਾਸਤੇ ਆਏਗਾ ਕਰਹੇ। ਤੇ ਬਾਕੀ ਜਿਹੜੇ ਸੌਖੇ ਨੇ ਉਹ ਤਾਂ ਛੱਡੇ ਨੇ, ਜਿਹੜੇ ਰਲਦੇ ਨੇ ਸਿਰਫ ਉਹਨਾਂ ਨੂੰ ਹਾਈਲਾਈਟ ਕੀਤਾ, ਥੋੜਾ ਬੋਲਡ ਕੀਤਾ। ਕਰਹੇ ਜਦੋਂ ਮੱਧਮ ਪੁਰਖ ਵਾਸਤੇ, ਦੂਜੇ ਪੁਰਖ ਵਾਸਤੇ ਸਾਹਮਣੇ ਜਿਹੜਾ ਬੰਦਾ ਹੈ, ਉਦੋਂ ਕਰਹੇ ਹੋਏਗਾ ਜਦੋਂ ਸਾਹਮਣੇ ਜਿਸ ਨੂੰ ਸੰਬੋਧਨ ਕੀਤਾ ਜਾ ਰਿਹਾ ਤੂੰ ਕਰਹੇ। ਪਰ ਤੁਸੀਂ ਸਾਰੇ, ਜਦੋਂ ਤੁਸੀਂ ਸਾਰੇ ਤੇ ਆਏਗਾ ਤੇ ਉਦੋਂ ਆਏਗਾ ਤੁਸੀਂ ਕਰਹੋ। ਤਾਂ ਕਰਹੋ ਨੇ ਕਹਿਤਾ ਤੁਸੀਂ, ਹੁਣ ਕਰਹੋ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਕਰਹੋ ਨੇ ਕਹਿਤਾ ਤੁਸੀਂ ਸਾਰੇ ਕਰਹੋ। ਜਿਹੜੀ ਤੁਕ ਵਿੱਚ ਜੋ ਉਸ ਦਾ ਭਾਵ ਹੈ ਉਸ ਅਨੁਸਾਰ ਕਰਹੋ ਨੇ ਦੱਸਤਾ ਕਿ ਬਾਤ ਤੁਹਾਨੂੰ ਸਾਰਿਆਂ ਨੂੰ ਕਹੀ ਜਾ ਰਹੀ ਹੈ। ਉਹ ਸਾਰੇ ਭਗਤਾਂ ਨੂੰ ਹੋ ਸਕਦੀ ਹੈ, ਉਹ ਸਾਰੇ ਜਨਾਂ ਨੂੰ ਹੋ ਸਕਦੀ ਹੈ, ਉਹ ਸਾਰੀ ਸੰਗਤ ਨੂੰ ਹੋ ਸਕਦੀ ਹੈ, ਪਰ ਇੱਕ ਇਕੱਠ ਨੂੰ ਜਿਹੜਾ ਸਾਹਮਣੇ ਹੈ, ਉਹ ਵਾਲੇ ਇਕੱਠ ਨੂੰ। ਤੇ ਜਦੋਂ ਇਹ ਥਰਡ ਪਰਸਨ ਜਿਹੜਾ ਹੁੰਦਾ ਹੈ, ਅਨਪੁਰਖ ਹੁੰਦਾ ਜਾਂ ਤੀਜਾ ਪੁਰਖ, ਉਹ ਹੁੰਦਾ ਕਿ ਉਹ ਵੀ ਦੋ ਤਰ੍ਹਾਂ ਦਾ, ਇੱਕ ਵਚਨ ਉਹ ਕਿ ਬਹੁ ਵਚਨ ਉਹ। ਜਦੋਂ ਇੱਕ ਵਚਨ ਹੈ ਤੇ ਕਰੇ ਈੜੀ ਦੇ ਨਾਲ, ਇਸ ਕਰਕੇ ਈੜੀ ਦੇ ਨਾਲ ਸਿਹਾਰੀ ਕਰੇ। ਤੋ ਕਰ ਤੋਂ ਬਾਅਦ ਕਰੇ ਨਹੀਂ ਬੋਲਣਾ ਨੂੰ, ਕਰੇ ਦਾ ਹੋ ਗਿਆ, ਰਾਰੇ ਨੂੰ ਲਾਮ ਹੋ ਗਈ ਕਰੇ, ਕੱਕਾ ਰਾਰੇ ਨੂੰ ਲਾਮ ਕਰੇ। ਪਰ ਕਰੇ ਵੱਖਰਾ ਹੈ, ਭਿੰਨ ਹੈ। ਕਰੇ ਈੜੀ ਨੂੰ ਸਿਹਾਰੀ ਜਦੋਂ ਉਹ ਵਾਲਾ ਕਰੇ ਹੈ, ਇਹ ਪਰ ਇਹ ਲਘੂ ਲਾਮ ਹੈ। ਕਰੇ ਦਾ ਅਸੀਂ ਪੂਰਾ ਜ਼ੋਰ ਨਾਲ ਪੂਰੀ ਲਾਮ ਬੋਲੀ ਹੈ, ਇਹ ਪੂਰਨ ਉਚਾਰਨ ਹੈ ਉਸਦਾ। ਤੋ ਜਿਹੜੀ ਕਰੇ ਇਹ ਲਘੂ ਲਾਮ ਵਾਂਗੂ ਉਚਾਰਨ ਹੈ ਕਰੇ। ਪਰ ਕਰੇ ਹਮੇਸ਼ਾ ਉਹ ਕਰੇ, ਉਹ ਵੀ ਇਕੱਲਾ ਬੰਦਾ ਹੈ, ਸਾਰੀ ਸੰਗਤ ਉੱਥੇ ਨਾ ਕਰੇ। ਉੱਥੇ ਇੱਕ ਬੰਦਾ ਜਦੋਂ ਕਰ ਰਿਹਾ ਤੇ ਉਹ ਗੁਰਬਾਣੀ ਦੀ ਤੁਕ ਵਿੱਚ ਉਸਨੂੰ ਕਿਹਾ ਜਾਏਗਾ ਕਰੇ। ਪਰ ਜਦੋਂ ਉਹ ਸਾਰੇ ਰਲ ਕੇ ਕਰੇ
तो फिर करे करे नहीं, वो करहे, वो सारे करहे। तो ये असी विचारांगे किस तरह हो रहा है। इत्थे असी देख रहे हैं कि करो जदों भी किरिया नूं ऊड़ा औंकड़ लग्या होया है, इत्थों ही गुरबाणी ने, इत्थों ही गुरु साहब ने सानू दसता ये मैं दी गल हो रही है। मैं करो, असी करहे, तू करहे, तुसी सारे करहो, ओ करे, ओ सारे करहे। तो ये भाव जिहड़ा बिल्कुल गुरबाणी व्याकरण अनुसार ये हो रहा है। तो इस तरह थले असी कर्मवाच का भी जिक्र है, थोड़ी जी बात कर जाने हैं। जदों दुलाम हुंदी है, किसी भी किरिया की दुलाम हुंदी है, तो उस किरिया का भाव दो हो सकते हैं। असी देख रहे हैं अनपुरख एक वचन ओ करे, जां ये है ही कर्मवाच पैसिव वॉइस करन दे नाल, जिस तरह सोचै सोचना हो गई, सोच करन दे नाल कर्मवाच है। सोचै सोचै कर्मवाच, सोच करन दे नाल, एक इत्थे जाण दे नाल, ये सोचण दे नाल, ये करन दे नाल, वो सारा हमेशा दुलाम होएगी किरिया नूं। तो वो होए पैसिव वॉइस। तो कर्मवाच भी दुलाम है, ते एक वचन भी, एक वचन हमेशा जदों दुलाम वाली क्रिया होएगी, एक वचन थर्ड पर्सन का होएगा, ओ करे, जिन्हों ओ करे, नहीं ता ओ करे, दोने तरीके नाल थर्ड पर्सन। तो ये इत्थों ही पता लगता है कि ये लगा मात्रा की जो बात सानू भाई गुरदास जी ने लिख के दसी, जैसे लग मात्रहीन पढ़त और को और, पिता पूत पूत पिता समसर जानिए, इन्ना भारी असी अंतर कर देंगे। असी इत्थों देख ही सकते हैं कि करो नू करहे बोलता, या करहे नू करो बोलता, या ये बोलिया ही नहीं, करो दा करों बनाता। तो वह सानू बिंदिया ने बड़ा परेशान करना अगों। जिस तरह गुरु साहब ने गुरबाणी लिखी है, ये अपने आप च परोई हुई है, अपनी अपनी जगह ते पई है। वो जगह सानू कुछ दस रही है। करो अपने आप ही कह रही है कि मैं करा। इस तुसी कोई भी तुक देख सकते हैं, तो उहदे च हमेशा ये फंडामेंटल बेसिक जिहड़ा बुनियादी ये जो ढांचा है व्याकरणक विधान है। एक साडे सामने तुक आंदी है, हुण सब जाचक तू एको दाता, मागहे हाथ पसारी। हुण मागहे ने असी हुण वापस उत्थे ने मागहे, साडे कोल जदों ही हाहे दी सियारी वाली क्रिया होएगी, तो साडे कोल तीन ने चीज़ां, एक तो उत्तम पुरख, एक मध्यम पुरख, एक अनपुरख। जदों उत्तम पुरख है तो करहे हमेशा होएगा असी, मैं कदी करहे नहीं होएगा, असी करहे। ते जदों सैकंड परसन की बात है, दूजे पुरख की बात है, तो तू करहे, तुसी सारे नहीं करहे, तुसी सारे करहो होएगा। ते तू करहे तो साडे पास हुण तीन तरह ने, या तो होएगा असी करहे, या तू करहे, या ओ सारे करहे। ते हुण असी वापस आने आ, सब जाचक तू एको दाता, मागहे, मागहे हुण कौन है? सब जाचक, सब जाचक ओ वाले, ओ सारे, सब जाचक। तो इसका इहदा मतलब होया, जे मागहे नूं देखना होए कि दाता मागहे, क्योंकि दो बातें हो गई, या दाता भी है तो सब जाचक भी है। हुण एको दाता मांगहे कि सब जाचक मांगहे, क्योंकि मांगहे असी क्योंकि इत्थों समझ लिया कि मांगहे होएगा तीन बारी, पर मांगे या तो बात मेरी हो रही होंदी तो असी कहते असी, पर असी दा ते बात ही कोई नहीं हैगी, सब जाचक की बात हो रही है, उन्हां दी बात हो रही है, इस करके असी नहीं हो सकता। तो इस करके दूसरा हैगा कि तू करहे, तू दी तो गल ही नहीं है, इत्थे किसी में संबोधन है ही नहीं। सब जाचक तू एको, तू है संबोधन, पर तो तू एको दाता, तू एको दाता, संबोधन तू एको दाता दे नाल है। ते मांगहे दा है जो क्रिया है, इस करके क्योंकि मांगहे दी क्रिया थर्ड पर्सन तीजे पुरख दे बहुवचन च है, वो साडे कोल बहुवचन है सब जाचक। हुण सब जाचक दे नाल मांगे जुड़िया होया है, और मांगे हाथ पसारी। तो इसका भाव होया कि सब जाचक मांगे है, हाथ पसारी एक बात है, तू एको दाता दूजी बात है। दोनों मिलके सानू एक गुरबाणी च सानू एक गुरमत दा सुनेहा इस तुक चों मिल रहा है। एक गल हो रही साडे सामने, जिहड़ियां असीं कहने लगा मात्रा किहड़ियां किहड़ियां जरूरी ने। साडे कोल एक शब्द आया, क्योंकि प्रचलित है इसमें सब बोलिया, पर इसका सब गुरबाणी व्याकरण अनुसार अशुद्ध उच्चारण है।
ਸਭ, ਕਿਉਂਕਿ ਸਭ ਸਾਡੇ ਕੋਲ ਤਿੰਨ ਤਰ੍ਹਾਂ ਦੇ ਸਭ ਨੇ। ਇੱਕ ਸਭ ਹੈ ਸੱਸਾ ਭੱਬਾ ਸਭ ਭੱਬਾ ਮੁਕਤਾ, ਇੱਕ ਸਭ ਹੈ ਸੱਸਾ ਭੱਬਾ ਭੱਬੇ ਨੂੰ ਔਂਕੜ, ਇੱਕ ਸੱਸਾ ਭੱਬਾ ਭੱਬੇ ਨੂੰ ਸਿਹਾਰੀ। ਹੁਣ ਸਰਵਣ ਜੋ ਕਰ ਰਿਹਾ ਹੈ, ਜਿਹੜਾ ਪਾਠ ਸਰਵਣ ਕਰ ਰਿਹਾ, ਜਿਹੜਾ ਕੀਰਤਨ ਸਰਵਣ ਕਰ ਰਿਹਾ ਹੈ, ਸਭ ਜਾਚਕ ਬੋਲਾਂਗੇ ਤੇ ਉਸ ਨੂੰ ਕਿਵੇਂ ਪਤਾ ਲੱਗੇਗਾ ਕਿ ਸਭ ਨੂੰ ਸਿਹਾਰੀ ਵੀ ਲੱਗੀ ਹੋਈ ਹੈ। ਤੇ ਸਿਹਾਰੀ ਦਾ ਭਾਵ ਕੀ ਹੈ? ਸਭ ਭੱਬਿਆ ਸੱਸਾ ਭੱਬਾ ਔਂਕੜ ਦਾ ਭਾਵ ਹੈ ਇੱਕ ਵਚਨ ਪੁਲਿੰਗ। ਸੱਸਾ ਭੱਬਾ ਮੁਕਤਾ ਦਾ ਭਾਵ ਹੈ ਇੱਕ ਵਚਨ ਇਸਤਰੀਲਿੰਗ। ਸੱਸਾ ਭੱਬਾ ਸਿਹਾਰੀ ਦਾ ਭਾਵ ਹੈ ਬਹੁਵਚਨ। ਹੁਣ ਅਸੀਂ ਜੇ ਤਿੰਨੇ ਹੀ ਸਭ ਬੋਲਤੇ, ਹੁਣ ਇਹੀ ਮੈਂ ਅਰਜ਼ ਕਰ ਰਿਹਾ ਸੀ ਵੀ ਜਿਨ੍ਹਾਂ ਨੂੰ ਗੁਰਬਾਣੀ ਵਿਆਕਰਣ ਦਾ ਬੋਧ ਹੈ, ਉਹ ਲਿਖਣ ਵਿੱਚ ਤਾਂ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦਾ ਭਾਵ ਇਹ ਹੁੰਦਾ, ਇਹਨਾਂ ਦਾ ਭਾਵ ਇਸ ਤਰ੍ਹਾਂ ਹੁੰਦਾ ਹੈ, ਪਰ ਜਦੋਂ ਅਸੀਂ ਸਾਡੇ ਸਾਹਮਣੇ ਉਹ ਸ਼ਬਦ ਆ ਜਾਂਦੇ ਨੇ ਤੇ ਫਿਰ ਅਸੀਂ ਉਸ ਵੇਲੇ ਇਹਨਾਂ ਦਾ ਉਚਾਰਨ ਦੇ ਪੱਧਰ ਤੇ ਆ ਕੇ ਇੱਥੇ ਕਿਤੇ ਖੁੰਝ ਰਹੇ ਹਾਂ। ਹੁਣ ਇਸ ਦਾ ਉਚਾਰਨ ਜਦੋਂ ਵੀ ਪੜਨਾਮ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗੇਗੀ, ਇਸ ਸਿਹਾਰੀ ਦਾ ਲਘੂ ਲਾਮ ਬਣੇਗਾ ਸਭੇ। ਸਭੇ ਨਹੀਂ, ਸਭੇ ਜੀ ਸਵਾਲ ਨਹੀਂ, ਸਭੇ। ਸਭੇ ਜਾਚਕ, ਸਭੇ ਜਾਚਕ ਤੂੰ ਏਕੋ ਦਾਤਾ ਮਾਗਹਿ ਹਾਥ ਪਸਾਰੀ। तो सभे ने की करता, सुनन वाले नु, सरवण करने वाले नु कहता कि सभे जाचक बहुवचन सब, ते बाकी सब की होंदे ने आपां सारे सब देखते हैं। सासा भब्बा औंकड़ एक वचन पुलिंग, ससा भब्बा एक वचन स्त्रीलिंग, ससा भब्बे नु सिहारी बहुवचन। पर इत्थे एक होर भी है, ससा भब्बा बहुवचन भी आंदा, तो ससा भब्बा सिहारी वर्गा भी है। ਜਦੋਂ ਗੁਰੂ ਸਾਹਿਬ ਨੇ ਸਿਹਾਰੀ ਪਾਈ ਹੈ ਤਾਂ ਫਿਰ ਤਾਂ ਅਸੀਂ ਬੋਲਾਂਗੇ ਸਭੇ, ਤੇ ਜੇ ਨਹੀਂ ਪਾਈ ਤੇ ਸਭ। ਤੇ ਹੁਣ ਅਗਲੀ ਬਾਤ ਆਉਂਦੀ ਹੈ ਕਿ ਸਭ ਤਾਂ ਹੋ ਗਿਆ, ਹੁਣ ਭੱਬੇ ਦੇ ਔਂਕੜ ਨੂੰ ਕਿਸ ਤਰ੍ਹਾਂ ਕਹੀਏ? ਤਾਂ ਉਹਦੇ ਵਾਸਤੇ ਇੱਕ ਉਚਾਰਨਕ ਵਿਧਾਨ ਇਹ ਹੈ ਕਿ ਜਿੱਥੇ ਵੀ ਭੱਬੇ ਨੂੰ ਔਂਕੜ ਹੈ, ਜਿੱਥੇ ਵੀ ਇਹੋ ਜਿਹੇ ਕਿਸੇ ਵਿਅੰਜਨ ਨੂੰ, ਵਿਅੰਜਨ ਇਹ ਹੈ ਜਿਹੜਾ ਊੜਾ ਐੜਾ ਈੜੀ ਤੋਂ ਬਾਅਦ ਊੜਾ ਈੜ ਸੱਸਾ ਕੱਕਾ 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 ਗੱਗਾ ਕੱਗਾ ਗੰਗਾ ਚੱਚਾ ਚੋਚਾ 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 ਜੰਨਿਆ ਚ ਟੈਂਕਾ ਠੱਠਾ ਡੱਡਾ ਡੱਡਾ ਡਾਣਾ ਤੱਤਾ 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 ਦਨਨਾ ਪਪਾ 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 ਮਮਾ ਇਹ ਯਾਰ ਲੱਲਾ ਵੜੜਾ ਤੱਕ ਸਾਰੇ ਵਿਅੰਜਨ ਨੇ। ਇਹਨਾਂ ਸਾਰੇ ਵਿਅੰਜਨਾਂ ਨੂੰ ਜਦੋਂ ਵੀ ਔਂਕੜ ਲੱਗੇਗਾ ਤਾਂ ਇਸ ਔਂਕੜ ਦੇ ਆਖਰੀ ਅੱਖਰ, ਜਿਸ ਅੱਖਰ ਨੂੰ ਔਂਕੜ ਲੱਗਿਆ ਹੈ, ਉਸ ਔਂਕੜ ਨੂੰ ਅਸੀਂ ਦੀਰਘ ਮੁਕਤੇ ਵਾਂਗੂ सब, सब एक तो है सब, एक है सब। सब है मुक्ता, अकारांतक शब्द, मुक्ता शब्द सब, पर भब्बे नु औंकड़ सब, सब। सुन वड्डा आखे सब कोय, सब कोय, तो ये हो गया सब कोय, सारे, हरेक। सब कोय मतलब हरेक जीव, पूरा दा पूरा। सब दा भाव है पूरा, समुच्चा, सब कोय। पर सब मेरी तिखा बुझानी, इत्थे सब मेरी तिखा नहीं बुझानी नहीं कहना, सब मेरी तिखा बुझानी हो जाएगा भब्बे नूं औंकड़ वाला सब। असी सब मेरी तिखा बुझानी, मेरी सारी, तो सारी जो है सब, जी जंत सबे तेरा खेल, सबे जो है भब्बे दी सिहारी। तो ये है गुरबाणी व्याकरण आधारित उचारण। जेकर असी इस तरह करते हैं, सरवण करने वाले नूं ससा भब्बा औंकड़ भी समझ लग रहा है, ससा भब्बा का भी समझ लग रहा है, तो ससा भब्बा सिहारी वाला भी समझ लग रहा है। पर केवल इस पढ़नाम विच साडे कोल ससा भब्बा बहुवचन विच भी हुंदा है। एक अपवाद वांगू है, एक एक्सेप्शन वांगू है कि इक्को शब्द एक वचन भी होए ते बहुवचन भी होए, ये अक्सर नहीं हुंदा है। पर जदों बहुवचन होए तो इसका उच्चारण मुक्ते वांगू रहेगा। तू दरियाओ सब तुझ ही माही, सुन वड्डा आखे सब कोय, सब तेरी तिखा बुझानी, जी जंत सबे के तेरा खेल, तू दरियाओ सब तुझ ही माही। तो इस दे नाल असी देख सकते हैं कि इन्ना एक होर तरीके नाल कि पढ़नाम दे, क्योंकि पढ़नाम सानू लिंग भी दसदा है ते वचन भी दसदा। असी देख ही लिया इको पढ़नाम दे शब्द ने तुक दा लिंग ते वचन दसिया। एक शब्द, एक
ਤੁਕ ਹੋਰ ਲੈ ਲੈਂਦੇ ਆ। ਇਹ ਤੁਕ ਹੈ ਅਸੀਂ ਆਕੇ ਲਿੱਤੀ ਹੋਈ ਹੈ, ਸਭੇ ਜਾਚਕ ਤੂੰ ਏਕੋ ਦਾਤਾ ਮਾਗਹੇ ਹਾਥ ਪਸਾਰੀ। ਇਹ ਜੋ ਮਾਗਹੇ ਹੈ ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਮਾਗਹੇ ਹੈ ਤੀਜਾ ਪੁਰਖ ਬਹੁਵਚਨ। तो ਕਿਰਿਆ ਨੇ ਦੱਸਤਾ ਇੱਕ ਮਾਗਹੇ, ਪਹਿਲੀ ਗੱਲ ਹੈ ਵਰਤਮਾਨ ਕਾਲ। ਇਹ ਜੋ ਮਾਗਹੇ ਆ ਵਾਲੀ ਕਿਰਿਆ ਵਰਤਮਾਨ ਕਾਲ ਕਿਰਿਆ ਹੈ। ਔਰ ਇਸ ਨੇ ਦੱਸਿਆ ਕਿ ਤੀਜਾ ਪੁਰਖ ਹੈ। ਔਰ ਮਾਗੇ ਨੇ ਦੱਸਿਆ, ਮਾਗਹੇ ਨੇ ਦੱਸਿਆ ਕਿ ਬਹੁਵਚਨ ਵੀ ਹੈ। तो तीन गल्लां इको शब्द ने मागहे ने दसियां। तो असी हुण मागना दे होर किहड़े, जेकर मांगो हुंदा, मागो दा हुंदा ते मैं मंगदा हां। मागहो तुसी मंगो, तुसी सारे मंगो। मागहो मागए ओ मंगे, मागए ईड़ी नाल, मागए ओ मंगे, मागहे ओ मंगण, ओ सारे मंगण। तो ये मागहे इस तुक विच साडे कोल सीगा सभे जाचक तू एको दाता मागहे हाथ पसारी। ये इस तुक दा गुरबाणी व्याकरण आधारित उच्चारण प्रणाली अनुसार उच्चारण है, जिहड़ा कि इस समय गुरबाणी व्याकरण दे होण दे बावजूद सानू नजरी नहीं आउंदा है। इस नू समझ के असी गुरबाणी व्याकरण अनुसार समझ भी सकते हैं और सरवण भी करा सकते हैं, ते सरवण करने वाले नू भी इस दा सारा बोध हो जाता है। वाहिगुरु जी का खालसा, वाहिगुरु जी की फतेह। देव गुरजोत बेटा भी आया जी। वाहिगुरु जी का खालसा, वाहिगुरु जी की फतेह। हाँ जी बेटा दसो। बहुत आनंद जी। ਤੇ ਮੈਨੂੰ ਆਈ ਥਿੰਕ ਮੇਰੇ ਸ਼ੁਰੂ ਤੋਂ ਹੀ ਮੇਰਾ ਕੁਐਸਚਨ ਹੁੰਦਾ ਸੀ ਖਾਸ ਕਰਕੇ ਇਹ ਉਚਾਰਨ ਤੇ ਬੜੀ ਜਗ੍ਹਾ ਨਾ ਮੈਂ ਡੁਅਲਿਟੀ 'ਚ ਫਸ ਜਾਂਦਾ ਸੀ। ਆਈ ਥਿੰਕ ਜਿਹੜੇ ਤੁਸੀਂ ਚੀਜ਼ਾਂ ਲਿੱਤੀਆਂ ਨਾ ਖਾਸ ਕਰਕੇ ਇਹ ਤੁਕਾਂ ਵੀ, ਬਟ ਇਹਦਾ ਆਈ ਥਿੰਕ ਬੜਾ ਮੇਰਾ ਕੀਨ ਚਾਹ ਸੀ ਮੇਰੇ ਮਨ ਵਿੱਚ ਕਿ ਇਹਨੂੰ ਗ੍ਰਾਮੈਟਿਕਲੀ ਵੀ ਸਮਝਣਾ ਚਾਹੁੰਦੇ ਆ ਕਿ ਇਹਦਾ ਅਰਥ ਭਾਵ ਕੀ ਹੈ, ਉਚਾਰਨ ਭਾਵ ਕੀ ਹੈ। ਤੇ ਆਈ ਥਿੰਕ ਤੁਸੀਂ ਉਹ ਗੁਰੂ ਸਾਹਿਬ ਨੇ ਮੈਨੂੰ ਤੁਹਾਡਾ ਮੈਸੇਜ ਭੇਜਿਆ ਤੇ ਬੜਾ ਮੇਰਾ ਕੀਨ ਇੰਟਰਸਟ ਸੀ। ਡਾਕਟਰ ਸਾਹਿਬ ਜੀ ਬਹੁਤ ਆਨੰਦ ਆ ਰਿਹਾ, ਬੜਾ ਜ਼ਰੂਰੀ ਟੌਪਿਕ ਤੇ ਤੁਸੀਂ ਲਿਆ, ਬਹੁਤ ਧੰਨਵਾਦ ਹੈ ਤੁਹਾਡਾ। ਤੇ ਇਹਨੂੰ ਕੰਟੀਨਿਊ ਰੱਖੋ ਹੁਣ। हाँ जी जरूर, ये चलेगा जी खीर तक, ये चलेगा जब तक ਇਹਦਾ क्लियर नहीं हो जाता। अच्छा जी 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 डॉक्टर साहब खालसा ਤੇ ਜੇਪੀ ਸਿੰਘ ਜੀ ਮੁਹਾਲੀ ਤੋਂ। ਵਾਹਿਗੁਰੂ ਜੀ, ਵਾਹਿਗੁਰੂ ਜੇਪੀ ਸਿੰਘ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਹੀ ਮਤਲਬ ਅਨਮੁੱਲੀ ਦਾਤ, ਤੁਸੀਂ ਇੰਨੀਆਂ ਸੋਹਣੀਆਂ ਵਿਚਾਰਾਂ। ਮੈਨੂੰ ਲੱਗਦਾ ਆਪਾਂ ਥੋੜਾ ਜਿਹਾ ਪਬਲਿਸਾਈਜ਼ ਘੱਟ ਕਰ ਪਾਏ, ਇਹਨੂੰ ਕੀਤਾ ਨਹੀਂ ਹੈਗਾ ਕਿਉਂਕਿ ਮਿਹਨਤ ਤੁਹਾਡੀ ਬਹੁਤ ਸੀਗੀ ਇਹਦੇ ਵਿੱਚ। ਪਰ ਆਪਾਂ ਇਹ ਅਗਲੀ ਸੀਰੀਜ਼ ਜਿਹੜੀ ਆਪਾਂ ਪਹਿਲਾਂ ਪਬਲਿਸਾਈਜ਼ ਜ਼ਿਆਦਾ ਕਰੀਏ ਵੀ ਆਪਾਂ ਡਾਕਟਰ ਸਾਹਿਬ ਦਾ ਇੰਨੇ ਕੀਮਤੀ ਵਿਚਾਰ ਸੁਣਨ ਦੇ ਸਾਨੂੰ ਦੇਖੋ ਟਾਈਮ ਮਿਲਣਾ, ਤੇ ਆਪਾਂ ਨੂੰ ਟਾਈਮ ਦੇ ਹਿਸਾਬ ਨਾਲ ਸੁਣਨਾ ਥੋੜਾ ਜਿਹਾ। ਵਾਹਿਗੁਰੂ ਜੀ, ਵਾਹਿਗੁਰੂ ਜੀ।